ਆਰਿਆ ਨਾ ਜਾਵਾ ਏਕ ਵਾਰ। ਕਹਿੰਦੇ ਇਹ ਮੈਂ ਤਾਂ ਉਹਦਾ ਇੱਕ ਵਾਲ ਵੀ ਨਹੀਂ ਕਥਨ ਕਰ ਸਕਦਾ, ਕਿਉਂਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਉਹਦੇ ਸਰੀਰ ਦੇ ਵਿੱਚ ਜਿਹੜਾ ਇੱਕ ਰੋਮ ਹੈ, ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋੜ ਜਲੇਸ਼। ਕਹਿੰਦੇ ਮੈਂ ਤਾਂ ਉਹਦੇ ਇੱਕ ਵਾਲ ਨੂੰ ਵੀ ਕਥਨ ਨਹੀਂ ਕਰ ਸਕਦਾ, ਇੱਕ ਵਾਰੀ ਵੀ ਨਹੀਂ ਉਹਨੂੰ ਕਥਨ ਕਰ ਸਕਦਾ, ਮੈਂ ਉਹਨੂੰ ਕਥਨ ਹੀ ਨਹੀਂ ਕਰ ਸਕਦਾ। ਇੱਕ ਵਾਰੀ ਕਥਨ ਕਰਦਿਆਂ ਕਰਦਿਆਂ ਪਤਾ ਨਹੀਂ ਕਿੰਨੇ ਜਨਮ ਲੰਘ ਜਾਂਦੇ ਨੇ, ਤਾਂ ਵੀ ਕਥਨ ਨਹੀਂ ਹੋ ਸਕਦਾ, ਉਹ ਕਥਨ ਹੋ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਕਥਨ ਕਰਨਾ ਔਖਾ ਹੈ। ਕਟਾਕਸ਼ ਦੇ ਅਰਥ ਹੁੰਦੇ ਨੇ ਕਈ। ਫਿਰ ਸਿੱਧ ਕਹਿੰਦੇ ਫਿਰ ਨਾ ਕਥਨ ਕਰੋ ਤੁਸੀਂ, ਫਿਰ ਉਹਦਾ ਨਾਮ ਹੀ ਕਿਉਂ ਲੈਂਦੇ ਹੋ ਜਿਹਨੂੰ ਕਥਨ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਇਹ ਚੰਗੀ ਗੱਲ ਹੈ ਵੀ ਜਿਹਨੂੰ ਆਪਾਂ ਕਥਨ ਨਹੀਂ ਕਰ ਸਕਦੇ ਉਹਦਾ ਨਾਮ ਹੀ ਨਾ ਲਓ, ਉਹਦੀ ਗੱਲ ਹੀ ਨਾ ਕਰੋ। ਵਾਰਿਆ ਨਾ ਜਾਵਾ ਏਕ ਵਾਰ। ਕਹਿੰਦੇ ਜੇ ਤੁਸੀਂ ਮੈਨੂੰ ਵਰਜਣਾ ਕਰੋਗੇ ਤਾਂ ਮੈਂ ਤੁਹਾਡੇ ਰੋਕਿਆ ਇੱਕ ਵਾਰ ਵੀ ਨਹੀਂ ਰੁਕਣਾ, ਮੈਂ ਤਾਂ ਹਮੇਸ਼ਾ ਉਸ ਅਕਾਲ ਪੁਰਖ ਦੀ ਮਹਿਮਾ ਕਰਦੇ ਹੀ ਰਹਿਣਾ। ਕਿਉਂਕਿ ਇਉਂ ਨਹੀਂ ਹੁੰਦਾ ਕਿ ਜੇ ਕਿਸੇ ਦੀ ਮਹਿਮਾ ਦਾ ਅੰਤ ਨਹੀਂ ਆਉਂਦਾ, ਪਰਮਾਤਮਾ ਦਾ ਅੰਤ ਨਹੀਂ ਪੈਂਦਾ, ਉਹਦਾ ਨਾਮ ਲੈਣਾ ਹੀ ਛੱਡ ਦਿਓ, ਨਾਮ ਤਾਂ ਉਹਦਾ ਅਸੀਂ ਹਮੇਸ਼ਾ ਹੀ ਲਵਾਂਗੇ। ਜਦੋਂ ਸਿੱਧਾ ਨੇ ਬਿਲਕੁਲ ਦੇਖਿਆ ਕਿ ਹੁਣ ਨਿਰੁੱਤਰ ਕਰਤਾ ਸਾਨੂੰ, ਕਹਿੰਦੇ ਮਹਾਰਾਜ ਫਿਰ ਸਾਨੂੰ ਕਿਰਪਾ ਕਰਕੇ ਹੁਣ ਕੋਈ ਰਾਹ ਦੱਸੋ ਪਰਮੇਸ਼ਰ ਦੀ ਪ੍ਰਾਪਤੀ ਦਾ। ਮਹਾਰਾਜ ਕਹਿੰਦੇ ਉਹ ਇੱਕੋ ਹੀ ਚੀਜ਼ ਨਾਲ ਮਿਲਦਾ, ਭਾਣਾ ਮੰਨਣ ਨਾਲ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਉਹਨੂੰ ਇੱਕੋ ਹੀ ਗੱਲ ਕਹੋ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ, ਜੋ ਤੁਹਾਨੂੰ ਪਿੱਛੇ ਭਾਇਆ, ਜੋ ਅੱਜ ਭਾਉਂਦਾ, ਜੋ ਅੱਗੇ ਨੂੰ ਭਾਵੇਗਾ, ਉਹੀ ਕਾਰ ਭਲੀ ਹੈ, ਹੋਰ ਕੁਝ ਭਲਾ ਨਹੀਂ ਹੈ। ਜੇ ਤੈਨੂੰ ਭਾਉਂਦਾ ਬਸ, ਕਿਉਂਕਿ ਆਪਾਂ ਸਾਰੀ ਜਿੰਨੀ ਦੁਨੀਆ ਹੁਣ ਵੀ ਹੈ, ਇੱਕ ਅੱਧਾ ਹੀ ਕੋਈ ਹੋਵੇਗਾ ਜਿਹੜਾ ਕਹੇਗਾ ਰੱਬ ਠੀਕ ਕਰਦਾ, ਬਾਕੀ ਤਾਂ ਸਾਰੇ ਇਹੀ ਕਹਿੰਦੇ ਉਹ ਗਲਤੀ ਕਰਦਾ। ਕਿਉਂ ਬੰਦੇ ਨੂੰ ਤਾਂ ਆਪਣੀ ਪਈ ਹੈ ਵੀ ਜੇ ਮੀਂਹ ਪਾਤਾ ਤਾਂ ਜਿਨ੍ਹਾਂ ਨੇ ਕੂਲਰ ਵੇਚਣੇ ਉਹ ਕਹਿਣਗੇ ਰੱਬ ਨੇ ਬੜਾ ਮਾੜਾ ਕੀਤਾ, ਸਾਡੇ ਕੂਲਰ ਹੀ ਨਹੀਂ ਵਿਕਣੇ, ਹੁਣ ਸਾਡੇ ਤਾਂ ਹੁਣ ਏਸੀ ਨਹੀਂ ਵਿਕਣੇ। ਕਈਆਂ ਦੇ ਬਿਜ਼ਨਸ ਨੇ ਜਿਹੜੇ ਮੀਂਹ ਦੇ ਸੰਬੰਧ ਵਿੱਚ ਨੇ, ਜੇ ਮੀਂਹ ਪੈ ਗਿਆ ਉਹ ਕਹਿਣਗੇ ਹੁਣ ਸਾਡੀਆਂ ਚੀਜ਼ਾਂ ਵਿਕਣਗੀਆਂ, ਉਹ ਕਹਿੰਦੇ ਰੱਬ ਨੇ ਬੜਾ ਚੰਗਾ ਕੀਤਾ, ਲੈ ਹੁਣ ਸਾਡਾ ਵਪਾਰ ਵੱਧ ਜਾਏਗਾ। ਇਸ ਕਰਕੇ ਵਿਰੋਧੀ ਦੁਨੀਆ ਤਾਂ ਸਾਰੀ ਹੋਈ ਹੈ। ਸਾਰੇ ਜਣੇ ਕਹਿੰਦੇ ਨੇ ਰੱਬ ਨੇ ਹੁਣ ਨਹੀਂ ਚੰਗਾ ਕੀਤਾ, ਜੇ ਠੰਡ ਪੈ ਜੇ ਤਾਂ ਕਿ ਰੱਬ ਨੇ ਚੰਗਾ ਨਹੀਂ ਕੀਤਾ, ਗਰਮੀ ਪੈ ਜੇ ਤਾਂ ਨਹੀਂ ਚੰਗਾ ਕੀਤਾ। ਇਸ ਤਰ੍ਹਾਂ ਸਾਰੀ ਦੁਨੀਆ ਰੱਬ ਨੂੰ ਮਹਾਰਾਜ ਕਹਿੰਦੇ ਨਿੰਦੀ ਜਾਂਦੀ ਹੈ, ਪਰ ਨਿੰਦਣਾ ਨਹੀਂ, ਇਹੀ ਕਹਿਣਾ ਜੋ ਤੁਧ ਭਾਵੈ ਸਾਈ ਭਲੀ ਕਾਰ। ਸੱਚੇ ਪਾਤਸ਼ਾਹ ਜਿਹੜਾ ਤੈਨੂੰ ਭਾਉਂਦਾ, ਤੁਸੀਂ ਸਿਆਣੇ ਹੋ, ਤੁਸੀਂ ਸਭ ਠੀਕ ਕਰ ਰਹੇ ਹੋ, ਬਸ ਇਹ ਭਾਣੇ ਵਿੱਚ ਆ ਜਾਓ, ਰਜਾ ਵਿੱਚ ਆ ਜਾਓ, ਤੇ ਇਹ ਆਖੋ ਅਕਾਲ ਪੁਰਖ ਨੂੰ ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਨਿਰਾਕਾਰ ਵਾਹਿਗੁਰੂ, ਤੂੰ ਸਦਾ ਸਲਾਮਤ ਹੈ, ਪਿੱਛੇ ਵੀ, ਅੱਜ ਵੀ, ਆਉਣ ਵਾਲੇ ਸਮੇਂ ਵਿੱਚ ਵੀ। ਜੋ ਤੈਨੂੰ ਭਾਉਂਦਾ ਉਹੀ ਕਾਰ ਭਲੀ ਹੈ, ਤੂੰ ਸਦਾ ਸਲਾਮਤ ਹੈ। ਇਹ ਵਾਹਿਗੁਰੂ ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਤੂੰ ਸਾਰੀ ਸ੍ਰਿਸ਼ਟੀ ਦਾ ਬਣਾਉਣ ਵਾਲਾ, ਪਾਲਣ ਵਾਲਾ, ਨਾਸ਼ ਕਰਨ ਵਾਲਾ ਹੈ। ਇਸ ਕਰਕੇ ਇਹ ਜਪਜੀ ਸਾਹਿਬ ਦਾ ਪਾਠ ਕਰਦਿਆਂ ਅਰਥਾਂ ਦਾ ਧਿਆਨ ਰੱਖੋ। ਅਰਥ ਤਾਂ ਬਹੁਤ ਹੋ ਜਾਂਦੇ ਨੇ, ਪਰ ਮੁੱਖ ਅਰਥਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਸੌਖੀ ਸੌਖੀ ਚੀਜ਼ ਨੂੰ ਆਪਾਂ ਸਮਝ ਸਕੀਏ। ਇਹ ਵਾਹਿਗੁਰੂ ਜੋ ਤੈਨੂੰ ਭਾਉਂਦਾ, ਤੇਰੀ ਸ਼ਕਤੀ ਦਾ ਮੈਂ ਕੀ ਵਰਣਨ ਕਰ ਸਕਦਾ, ਮੈਂ ਤਾਂ ਤੇਰਾ ਇੱਕ ਰੋਮ ਵੀ ਕਥਨ ਨਹੀਂ ਕਰ ਸਕਦਾ। ਜੋ ਤੁਹਾਨੂੰ ਭਾਉਂਦਾ ਉਹੀ ਭਲੀ ਗੱਲ ਹੈ, ਜਿਹੜਾ ਤੈਨੂੰ ਭਾਉਂਦਾ ਸੱਚੇ ਪਾਤਸ਼ਾਹ ਤੂੰ ਸਦਾ ਸਲਾਮਤ ਹੈ। ਇਹ ਵਾਹਿਗੁਰੂ ਇਉਂ ਨਾਲ ਨਾਲ ਮਨ ਦੇ ਅੰਦਰ ਅਰਥ ਦੀ ਵਿਚਾਰ ਚੱਲਦੀ ਰਹੇ, ਬਾਣੀ ਪੜ੍ਹਦੇ ਹਾਂ ਤੇ ਮਨ ਦੀ ਇਕਾਗਰਤਾ ਵੱਧਦੀ ਜਾਂਦੀ ਆਪਣੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ 16 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੇ ਨੇ। ਸੋ ਆਓ ਮਨ ਨੂੰ ਇਕਾਗਰ ਕਰਕੇ ਸਿਮਰਨ ਕਰਕੇ ਪਰਮੇਸ਼ਰ ਦੇ ਨਾਲ ਜੁੜੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਹੁਣ ਅਣਗਿਣਤ ਸੰਸਾਰ ਦੀ ਮਿਥਿਆ ਦੱਸਦੇ ਨੇ ਕਿ ਅਸੰਖ। ਸੋ ਇਹ ਜਿਹੜਾ ਸ਼ੁਰੂ ਹੁੰਦੀ ਗਿਣਤੀ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਫਿਰ ਲੱਖ, ਫਿਰ ਅੱਗੇ ਕਰੋੜ, ਅਰਬ, ਖਰਬ, ਨੀਲ, ਪਦਮ, ਸੰਖ, ਇੱਥੇ ਗਿਣਤੀ ਮੁੱਕ ਜਾਂਦੀ। ਸੰਖ ਅਖੀਰਲੀ ਗਿਣਤੀ। ਇਦੋਂ ਅੱਗੇ ਫਿਰ ਆੜਾ ਲੱਗ ਜਾਂਦਾ, ਅਸੰਖ, ਅਣਗਿਣਤ। ਸਤਿਗੁਰੂ ਮਹਾਰਾਜ ਕਹਿੰਦੇ ਅਸੰਖ ਜਪ, ਅਣਗਿਣਤ ਪ੍ਰਕਾਰ ਦੇ ਜਪ ਹਨ ਸੰਸਾਰ ਦੇ ਅੰਦਰ। ਸੋ ਇਹਦੇ ਵਿੱਚ ਕਈ ਪ੍ਰਕਾਰ ਦੇ ਜਿਹੜੇ ਜਪ ਨੇ ਕਰਨੇ, ਕਲਿਆਣਕਾਰੀ ਜਪ, ਸਵਾਧਾਏ ਜਪ, ਫਿਰ ਇਸੇ ਪ੍ਰਕਾਰ ਹੀ ਜਿਹੜੇ ਜਪ ਆਉਂਦੇ ਨੇ ਸੰਕਟ ਮੋਚਨ ਆਦਿਕ ਹੋਰ ਗ੍ਰੰਥਾਂ ਦੇ ਜਪ ਨੇ ਜਿਹੜੇ। ਇਸ ਤਰ੍ਹਾਂ ਇਹ ਜਿਹੜੇ ਜਪਾਂ ਦੇ ਨਾਂ ਨੇ, ਕਈ ਪ੍ਰਕਾਰ ਦੇ ਜਿਹੜੇ ਅਸੰਖ ਅਣਗਿਣਤ ਹੀ ਜਪ ਨੇ। ਇਸ ਤਰ੍ਹਾਂ ਦੇ ਲੋਕ ਜਪ ਕਰਦੇ ਨੇ। ਜਪ ਕਰਨ ਵਾਲੇ ਬਹੁਤ ਨੇ, ਜਪ ਦੀ ਵਿਧੀ ਦੱਸਣ ਵਾਲੇ ਬੜੇ ਨੇ, ਜਪ ਦੇ ਗ੍ਰੰਥ ਬੜੇ ਨੇ, ਜਪ ਦੇ ਫਲ ਬੜੇ ਨੇ। ਅਣਗਿਣਤ ਪ੍ਰਕਾਰ ਦੇ ਜਪ ਹਨ ਜਿਨ੍ਹਾਂ ਜਪਾਂ ਦਾ ਕੋਈ ਅੰਤ ਨਹੀਂ ਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਜਪ, ਅਣਗਿਣਤ ਪ੍ਰਕਾਰ ਦੇ ਜਪ ਨੇ ਤੇ ਅਸੰਖ ਭਾਉ। ਭਾਉ ਕਹਿੰਦੇ ਪ੍ਰੇਮ ਨੂੰ। ਅਣਗਿਣਤ ਪ੍ਰਕਾਰ ਦੇ ਪ੍ਰੇਮ ਨੇ। ਸੋ ਕਈ ਪ੍ਰਕਾਰ ਦੇ ਪ੍ਰੇਮ ਨੇ, ਕਈ ਪ੍ਰਕਾਰ ਦੇ ਪ੍ਰੇਮੀ ਨੇ, ਕਈ ਪ੍ਰਕਾਰ ਦੇ ਪ੍ਰੇਮ ਗ੍ਰੰਥ ਨੇ। ਤੇ ਸ਼੍ਰੋਮਣੀ ਪ੍ਰੇਮ ਮਹਾਰਾਜ ਨੇ ਕਿਹਾ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਤਰ੍ਹਾਂ ਇੱਕ ਪ੍ਰੇਮ ਇਹ ਹੈ ਕਿ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਇੱਕ ਪ੍ਰੇਮਾ ਭਗਤੀ ਹੈ। ਇਹਦੇ ਵਿੱਚ ਸਿਰਫ ਪ੍ਰੇਮ ਹੀ ਕੀਤਾ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਅਣਗਿਣਤ ਪ੍ਰਕਾਰ ਦਾ ਪ੍ਰੇਮ ਹੈ, ਅਣਗਿਣਤ ਪ੍ਰਕਾਰ ਦੇ ਜਿਹੜੇ ਜਪ ਹਨ। ਇਸ ਤਰ੍ਹਾਂ ਉਹ 500 ਜਾਪ ਕਰਨਾ, ਜਿਵੇਂ ਪਾਪਾਂ ਦੇ ਨਾਸ਼ ਵਾਸਤੇ ਕਲਿਆਣਕਾਰੀ ਜਾਪ ਕਰਨਾ, ਇਹ ਸਾਰੇ ਪ੍ਰਕਾਰ ਦੇ ਜਪ ਸੰਸਾਰ ਕਰਦਾ। ਅਸੰਖ ਪੂਜਾ, 16 ਪ੍ਰਕਾਰ ਦੀ ਹੀ ਪੂਜਾ ਨਹੀਂ, ਮਹਾਰਾਜ ਕਹਿੰਦੇ ਅਣਗਿਣਤ ਪ੍ਰਕਾਰ ਦੀ ਪੂਜਾ ਹੈ। ਕੋਈ ਅਰਗ ਕਰਦਾ ਹੈ, ਕੋਈ ਛਿੜਕਾਓ ਕਰਦਾ ਹੈ, ਕੋਈ ਧੂਫ ਲਾਉਂਦਾ ਹੈ, ਕੋਈ ਸਿਰ ਅਰਪਣ ਕਰਦਾ ਹੈ, ਕੋਈ ਪਾਣੀ ਦੀ ਸੇਵਾ ਕਰਦਾ ਹੈ। ਕਈ ਪ੍ਰਕਾਰ ਦੀ ਪੂਜਾ ਦਾ ਕੋਈ ਅੰਤ ਨਹੀਂ ਕਿ ਕਿੰਨੇ ਪ੍ਰਕਾਰ ਦੀਆਂ ਅਣਗਿਣਤ ਹੀ ਦੁਨੀਆ ਪੂਜਾ ਕਰਦੀ ਪਰਮੇਸ਼ਰ ਦੀਆਂ। ਇਹ ਸ਼ਾਂਤ ਕੀ ਜਿਹੜੀ ਬਿਰਤੀ ਹੈ ਨਾ, ਇਹਦੇ 'ਚ 3 ਪੌੜੀਆਂ ਨੇ। ਇੱਕ ਸ਼ਾਂਤ ਕੀ ਹੈ, ਸਤੋ ਗੁਣ ਕਹਿੰਦੇ ਆ। ਦੂਸਰੀ ਪੌੜੀ ਜਿਹੜੀ ਉਹ ਤਮੋ ਗੁਣ ਦੀ ਹੈ। ਕੁਝ ਵਿੱਚ ਮਿਲ ਕੇ ਫਿਰ ਰਾਜਸੀ ਗੁਣ ਵੀ ਆਉਣਗੇ ਅੰਤ ਤੀਸਰੀ ਪੌੜੀ ਦੇ ਵਿੱਚ। ਕਿਉਂ ਰਜੋ ਤਮੋ ਸਤੋ 3 ਪੌੜੀਆਂ ਨੇ ਇਹ। ਤੋਂ ਇਹ ਹੁਣ ਸ਼ਾਂਤ ਕੀ ਬਿਰਤੀ ਦੇ ਵਿੱਚ ਵਰਤ ਰਹੇ ਨੇ। ਅਸੰਖ ਤਪ ਤਾਓ, ਅਣਗਿਣਤ ਪ੍ਰਕਾਰ ਦੇ ਤਪ ਨੂੰ ਤਾਉਣ ਵਾਲੇ ਹਨ, ਅਣਗਿਣਤ ਪ੍ਰਕਾਰ ਦੇ ਤਪ ਨੂੰ ਕਰਨ ਵਾਲੇ ਹਨ। ਬਹੁਤ ਸਾਰੇ ਜਿਹੜੇ ਜੀਵ ਨੇ ਉਹ ਤਪ ਕਰਦੇ ਨੇ, 5 ਧੂਣੀਆਂ ਤਾ ਕੇ, ਸਵਾਹ ਮਲ ਕੇ, ਪਾਣੀ 'ਚ ਖੜ ਕੇ, ਪੁੱਠੇ ਲਟਕ ਕੇ, ਜਲ ਧਾਰੇ ਕਰਕੇ, ਕਈ ਵਰਖਾ ਹੀ ਸਹਾਰਦੇ ਨੇ। ਬਰਸਾਤ ਦੇ ਦਿਨਾਂ ਵਿੱਚ ਬਾਹਰ ਖੜ ਕੇ ਇਹਨੂੰ ਵੀ ਤਪ ਮੰਨਦੇ ਨੇ। ਇੱਕ ਲੱਤ ਦੇ ਭਾਰ ਖੜਨਾ, ਇੱਕ ਹੱਥ ਉੱਪਰ ਨੂੰ ਕਰਨਾ, ਕਈ ਸਵਾਹ ਹੀ ਪਿੰਡੇ ਤੇ ਮਿਲ ਜਾਂਦੇ ਨੇ, ਭੁੱਖੇ ਰਹੀ ਜਾਂਦੇ ਨੇ, ਕਈ ਇਕੱਲਾ ਪਾਣੀ ਪੀਂਦੇ ਨੇ। ਮਹਾਰਾਜ ਕਹਿੰਦੇ ਇਸ ਪ੍ਰਕਾਰ ਅਣਗਿਣਤ ਪ੍ਰਕਾਰ ਦੇ ਤਾਪਾਂ ਨੂੰ ਕਰਨ ਵਾਲੇ ਬੇਅੰਤ ਜੀਵ ਸੰਸਾਰ ਦੇ ਅੰਦਰ ਤਪ ਕਰਦੇ ਨੇ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਣਗਿਣਤੀ ਗ੍ਰੰਥ ਨੇ ਸੰਸਾਰ ਦੇ ਅੰਦਰ, ਕੋਈ ਗ੍ਰੰਥਾਂ ਦਾ ਅੰਤ ਨਹੀਂ, ਜਿਨ੍ਹਾਂ ਦੇ ਵਿੱਚੋਂ ਵੇਦਾਂ ਦੇ ਪਾਠ ਨੂੰ ਮੁੱਖ ਮੰਨਿਆ।
अथवा मुख दे नाल वेदां दे पाठ नूं बहुत सारे लोग करते हैं। अणगिणत प्रकार के जिहड़े ग्रंथ ने, इन्हां ग्रंथां विच अणगिणत प्रकार के फल लिखे हुए ने, विधियां लिखियां हुई ने। ये शांत रूप जिहड़ा है, शांत की सुभाव, उहनूं कथन करदिआं कहंदे ने असंख जोग मन रहै उदास। अणगिणत प्रकार का जोग है संसार के अंदर। लय जोग है, हठ जोग है, मंत्र जोग है, ध्यान जोग है, ज्ञान जोग है, अगरपत जोग है, सगरपत जोग, 44 प्रकार का जोग, 101 प्रकार का कुल जोग है। हुण लय जोग दे विच बिरती सुते सिद्ध कोई करोड़ां चों एक बंदा हुंदा जिहदियां बिरतियां अपने आप ही इकट्ठियां हो जांदियां। प्रमाण विपर्जय निंद्रा विकल्प सिमरती 5 बिरतियां अपने आप ही कईयां दियां सुते सिद्धी सारी जिंदगी उन्होंने विकार ही नहीं फुरदे। वो तो कोई भागां वाला ही हुंदा करोड़ां चों एक। कई मंत्र दे नाल अपनी बिरती नूं रोकदे ने, कई हठ नाल रोकदे ने, कई प्रकाश नाल रोकदे ने। आपो अपनी विधियां ने हरेक प्रकार दियां, ज्ञान योग, ध्यान योग, कई ज्ञान नाल जोड़ते हैं, कई ध्यान नाल बिरती रोकते हैं, कई अगरपत योग बिना मंत्र तो ही बिरती नूं रोकते हैं, श्वासां नूं चढ़ाउंदे, कई सगरपत जिहड़े सगरपत वाले ये समेत मंत्र दे बिरती नूं जोड़न नूं कहने सगरपत। मन रहे उदास, कई अणगिणती यह जिन्हें जिहड़े मन करके उदास ही रहंदे ने, वो पराम रहंदे ने, बाहर जंगलों में ही तुरे रहंदे ने, जां दुनिया च रह के घरे रह के भी उदास रहंदे ने। सो महाराज सच्चे पातशाह जिवें बचन करदे गुरसिख जोगी जागदे माया अंदर करन उदासी। वो जिहड़े यह जे अणगिणत जोग करन वाले ने वो उदास रहंदे ने, मन के अंदर माया तो उपराम रहंदे ने। इस तरह के लोग जोग करते अणगिणत प्रकार के। असंख भगत, अणगिणती भगत ने, कोई भगतां की गिनती नहीं। 4 प्रकार के भगत तो सुते सिद्धि गिने ने आपां ने। आरत भगत, दुखी होकर भगती करनी। दुखी होकर प्रहलाद जी ने भगती की, दुख होया तो भगती की। फिर अर्थार्थी भगत, किसी मतलब लई भगती करनी, ध्रुव जी ने की राज वास्ते। अनंत भगत, भगत नामदेव जी वर्गे अनंत भगत होए। आनंद भगत वो हुंदा जिहड़ा केवल एक नूं ही मन्ने। फिर ज्ञानी भगत बाबा बुढ़ा जी, कहो नानक किरपा पई भगत ज्ञानी सोए। जिहदे उत्ते किरपा हो जाती है उन्हां विच बाबा बुढ़ा जी, भाई मनी सिंह, बाबा दीप सिंह आदि ये भगत ये ज्ञानी भगत होए ने। ज्ञानवान संपूर्ण ज्ञान विच अगे तो अगे फर्क ने इन्हां विच। सो जिवें भगत नामदेव जी नूं जदों बाहर कढ़ दिता मंदिर विचों, भगत नामदेव ने मंदिर के पिछे बह के फिर परमेश्वर नूं ताने मारे, की फायदा तेरी भगती का, मैनूं धक्के मारते, तेरी पैज पछाउंडी होए ला, तेरी पैज खराब। पर भाई मनी सिंह का बंद बंद कट्टिया जा रहा। उन्हें नहीं कहा की फायदा, इन्नियां 5 बाणियां पढ़ियां, इन्ना अमर छकिया, मेरा बंद बंद कटता, काहदा तू 10वें पातशाह, काहदा रब है, इउं उन्होंने कुछ नहीं कहा। वो कहते कट भी शुरू कर, उन्हें अपना पाठ सुखमनी साहब का शुरू कर लिया। इनू कहते ज्ञानी भगत, बड़ा औखा है। ये चौथी अवस्था का भगत बनना बहुत औखा है। तो इस करके सतगुरु महाराज कहने असंख भगत, बड़े भगत होए संसार च, बड़े तरह दी भगतियां ने, बड़े तरह के फल ने, बड़ा तरह के ग्रंथ ने, कोई अंत नहीं है। हुण अणगिणत प्रकार के भगतों विचों एक वो भगत भी होया जिन्होंने आड़वंद भगत कहते हैं। सो जिवें सुनाया सी किसी ने उन्होंने जिमीदार नूं कि विष्णु जी दे आउं बस्तर ने, पीले बस्तर ने, आउं आ सारा कुछ सुनाया। गदा है, 4 हथ ने, लक नूं आड़वंद बन्निया होया है, बैल्ट जी हुंदी है सोने की आड़वंद। वो इको ही चीज़ नूं याद रखिया उन्हें भी आड़वंद, उन्होंने होर कुछ ना याद रहा। वो एक जगह के उत्ते बह के आड़वंद 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 यही जाप करन लग पिया। विष्णु जी कहन लगे लक्ष्मी मेरा एक नवा ही भगत है, मेरा नवा ही नाम रखिया उन्हें,
ਕਹਿੰਦੇ ਕੀ ਨਾਂ ਰੱਖਿਆ? ਕਹਿੰਦੇ ਆੜਵੰਦ। ਕਹਿੰਦੇ ਇਹ ਕੀ ਹੋਇਆ? ਕਹਿੰਦੇ ਉਹਨੇ ਸੁਣਿਆ ਤਾਂ ਸਾਰਾ ਕੁਛ ਸੀ, ਪਰ ਉਹਨੂੰ ਆੜਵੰਦ ਹੀ ਚੇਤੇ ਰਹਿ ਗਿਆ। ਇਸ ਕਰਕੇ ਇਹੋ ਜਿਹੇ ਵੀ ਭਗਤ ਨੇ ਜਿਹੜੇ ਆੜਵੰਦ ਦਾ ਹੀ ਜਾਪ ਕਰਦੇ। ਜਿਵੇਂ ਭਗਤ ਰਾਮਾਨੰਦ ਜੀ ਨੇ ਕਿਹਾ ਸੀ ਭਾਜਾ ਲੋਟਾ ਮਾਰਾਂਗੇ, ਉਹਨੇ ਭਾਜਾ ਲੋਟਾ ਮਾਰਾਂਗੇ ਸਮਝਿਆ ਵੀ ਪਤਾ ਨਹੀਂ ਸਿਮਰਨ ਦਿੱਤਾ ਕੋਈ ਮੈਨੂੰ, ਉਹ ਵੀ ਭਗਤ ਹੈ। ਅਨੇਕ ਪ੍ਰਕਾਰ ਦੇ ਭਗਤ ਨੇ, ਕੋਈ ਕੈਸਾ ਭਗਤ ਹੈ, ਕੋਈ ਅਣਗਿਣਤ ਹੀ ਭਗਤ ਨੇ। ਅਸੰਖ ਗੁਣ, ਅਣਗਿਣਤ ਪ੍ਰਕਾਰ ਦੇ ਗੁਣ ਨੇ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਸ਼ਰਵਣ, ਮੰਨਣ, ਅਧਿਆਸਣ, ਤਤ ਅੰਗ ਦਾ ਸੋਧਨ ਕਰਨਾ, ਇਹਨਾਂ ਦਾ ਕੋਈ ਅੰਤ ਨਹੀਂ। ਸ਼ੁਭ ਗੁਣਾਂ ਦਾ ਕੋਈ ਅੰਤ ਨਹੀਂ ਹੈ। ਫਿਰ ਗਿਆਨ ਕਈ ਪ੍ਰਕਾਰ ਦਾ ਹੈ, ਸੋ ਪਰਾ ਗਿਆਨ, ਅਪਰਾ ਗਿਆਨ। ਫਿਰ ਵਿਚਾਰ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਵਿਚਾਰ ਨੇ, ਆਪੋ ਆਪਣੇ ਹਰੇਕ ਦੇ ਵਿਚਾਰ ਨੇ। ਵਿਚਾਰਾਂ ਦਾ ਵੀ ਕੋਈ ਅੰਤ ਨਹੀਂ ਹੈ। ਅਸੰਖ ਸਤੀ, ਅਣਗਿਣਤ ਪ੍ਰਕਾਰ ਦੀਆਂ ਸਤੀਆਂ ਹਨ ਸੰਸਾਰ ਦੇ ਵਿੱਚ। ਸਤ ਪ੍ਰਤਕੀ ਰਾਜੇ ਹਨ। ਸਤੀ ਉਹਨੂੰ ਕਹਿੰਦੇ ਨੇ ਗੁਰਮਤ ਅਨੁਸਾਰ ਜਿਹਦੇ ਮਨ ਦੇ ਅੰਦਰ ਇੱਕੋ ਹੀ ਗੱਲ ਹੈ ਕਿ ਏਕਾ ਪੁਰਖ ਸਬਾਈ ਨਾਰ, ਜਿਨ੍ਹਾਂ ਦਾ ਧਿਆਨ ਸਿਰਫ ਆਪਣੇ ਪਤੀ ਵਿੱਚ ਹੈ, ਬਾਕੀ ਸਾਰੀ ਸ੍ਰਿਸ਼ਟੀ ਨੂੰ ਇਸਤਰੀਆਂ ਰੂਪ ਸਮਝਦੇ ਨੇ, ਉਹ ਸ਼੍ਰੋਮਣੀ ਸਾਰਿਆਂ ਨਾਲੋਂ ਸਤੀ ਗਿਣੀ ਜਾਂਦੀ। ਇੱਕ ਉਹ ਨੇ ਜਿਹੜੀਆਂ ਪਰਿਵਾਰ ਦੇ ਵਿੱਚ ਰਹਿੰਦੀਆਂ ਹੋਈਆਂ, ਵੱਡਿਆਂ ਨੂੰ ਪਿਤਾ ਸਮਾਨ, ਬਰਾਬਰਦਿਆਂ ਨੂੰ ਭਰਾ, ਛੋਟਿਆਂ ਨੂੰ ਆਪਣੇ ਪੁੱਤਰ ਜਾਣਦੀਆਂ ਨੇ। ਇੱਕ ਇਹ ਬਿਰਤੀ ਹੈ। ਇੱਕ ਤੀਸਰੀ ਪ੍ਰਕਾਰ ਦੀਆਂ ਸਤੀਆਂ ਦੀ ਬਿਰਤੀ ਇਹ ਹੈ ਕਿ ਪਤੀ ਨੂੰ ਪਤੀ ਰੂਪ, ਪਰਮੇਸ਼ਰ ਰੂਪ ਜਾਣਨਾ, ਸਤਿਕਾਰ ਬਾਕੀਆਂ ਦਾ ਵੀ ਬਹੁਤ ਕਰਨਾ, ਸਹੁਰੇ ਦਾ, ਸੱਸ ਦਾ, ਜੇਠ ਦਾ, ਦਰਾਣੀ ਦਾ, ਐਸੀਆਂ ਵੀ ਸਤੀਆਂ ਹਨ। ਇੱਕ ਉਹ ਸਤੀਆਂ ਨੇ ਜਿਹੜੀਆਂ ਮਨ ਕਰਕੇ ਡੋਲ ਜਾਂਦੀਆਂ ਨੇ, ਸਰੀਰ ਕਰਕੇ ਕਾਇਮ ਰਹਿੰਦੀਆਂ ਨੇ, ਉਹਨੂੰ ਵੀ ਸਤੀਆਂ ਵਿੱਚ ਮੰਨਿਆ ਜਾਂਦਾ। ਇੱਕ ਉਹ ਸਤੀਆਂ ਨੇ ਜਿਹੜੀਆਂ ਮਨ ਕਰਕੇ ਡੋਲ ਜਾਂਦੀਆਂ ਨੇ, ਸਰੀਰ ਕਰਕੇ ਡੋਲਣਾ ਚਾਹੁੰਦੀਆਂ ਨੇ ਪਰ ਸਮਾਂ ਨਹੀਂ ਮਿਲਦਾ, ਉਹ ਵੀ ਸਤੀਆਂ ਨੇ ਜੇ ਬਚ ਜਾਣ ਤੇ ਅੰਤਮ ਸਮੇਂ ਤੱਕ। ਇੱਕ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਸਤੀਆਂ, ਤੀਜੇ ਪਾਤਸ਼ਾਹ ਮਹਾਰਾਜ ਕਹਿੰਦੇ ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਨ, ਸਤੀਆਂ ਸਈ ਨਾਨਕਾ ਜੇ ਬਿਰਹਿ ਚੋਟ ਮਰਨ। ਬਿਰਹਾ ਦੀ ਚੋਟ ਨਾਲ ਹੀ ਮਰ ਜਾਂਦੀਆਂ। ਜਿਵੇਂ ਸੋ ਭਗਤ ਜੈਦੇਵ ਦੀ ਘਰ ਵਾਲੀ ਪਦਮਾਵਤੀ, ਉਹਨਾਂ ਦੀ ਇਸਤਰੀ ਸੀ, ਰਾਜਾ ਸੀ ਉਹ ਪੀਪਾ ਭਗਤ ਸੀਤਾ। ਸੀਤਾ ਤੇ ਪਦਮਾਵਤੀ ਆਪਸ ਵਿੱਚ ਗੱਲਾਂ ਕਰਦੀਆਂ ਬੈਠੀਆਂ। ਉਹਨੇ ਆਪਣੀਆਂ, ਸੀਤਾ ਨੇ ਕਿਹਾ ਵੀ ਮੇਰੇ ਭਰਾ ਸਾਰੇ ਮਾਰੇ ਗਏ ਲੜਾਈ ਵਿੱਚ, ਫਿਰ ਮੇਰੀਆਂ ਭਰਜਾਈਆਂ ਨੇ ਜਾ ਕੇ ਅੱਗ ਵਿੱਚ ਸੜ ਕੇ ਸਤੀ ਹੋ ਗਈਆਂ। ਪਦਮਾਵਤੀ ਕਹਿਣ ਲੱਗੀ ਇਹਨੂੰ ਸਤੀਆਂ ਨਹੀਂ ਮੰਨਿਆ ਜਾਂਦਾ, ਇਹ ਤਾਂ ਜ਼ਬਰਦਸਤੀ ਹੈ। ਸਤੀ ਉਹ ਹੁੰਦੀ ਹੈ ਜਿਹੜੀ ਪਤੀ ਦੇ ਸੁਣ ਕੇ ਵੀ ਪ੍ਰਾਣ ਮੇਰੇ ਪਤੀ ਨੇ ਛੱਡ ਦਿੱਤੇ, ਪਤੀ ਦਾ ਵਿਛੋੜਾ ਸੁਣਦੀਆਂ ਹੀ ਮਰ ਜਾਂਦੀਆਂ। ਉਹ ਸੀਤਾ ਨੇ ਇਹ ਗੱਲ ਧਿਆਨ 'ਚ ਰੱਖੀ। ਇੱਕ ਦਿਨ ਰਾਜੇ ਪੀਪੇ ਨੂੰ ਕਹਿਣ ਲੱਗੀ ਕਿ ਤੁਸੀਂ ਜੰਗਲ ਵਿੱਚ ਭਗਤ ਜੀ ਨੂੰ ਸ਼ਿਕਾਰ ਨਾਲ ਲੈ ਜਾਓ, ਉੱਥੇ ਕਿਸੇ ਹਿਰਨ ਨੂੰ ਮਾਰ ਮੂਰ ਕੇ ਭਗਤ ਜੀ ਦੇ ਕੱਪੜੇ ਕਿਸੇ ਤਰੀਕੇ ਨਾਲ ਬਦਲੀ ਕਰਵਾ ਦਿਓ, ਕੱਪੜੇ ਹੋਰ ਪਹਿਨਾ ਦਿਓ, ਇਹਨਾਂ ਦੇ ਕੱਪੜਿਆਂ ਨੂੰ ਹਿਰਨ ਦਾ ਖੂਨ ਲਾ ਦਿਓ, ਹਿਰਨ ਦੇ ਖੂਨ 'ਚ ਲਵੇੜ ਕੇ ਜਾਂ ਕਿਸੇ ਵੀ ਜਾਨਵਰ ਦੇ ਖੂਨ 'ਚ ਲਵੇੜ ਕੇ ਭੇਜ ਦਿਓ ਇੱਥੇ। ਰਾਜੇ ਨੇ ਇਸ ਤਰ੍ਹਾਂ ਹੀ ਕੀਤਾ। ਜਦੋਂ ਉਹ ਕੱਪੜੇ ਲਪੇਟ ਕੇ ਘਰ ਭੇਜ ਦਿੱਤੇ, ਸੁਨੇਹਾ ਦਿੱਤਾ, ਸੀਤਾ ਨੇ ਇਹ ਗੱਲ ਕਹੀ ਪਦਮਾਵਤੀ ਆ ਤੇਰੇ ਪਤੀ ਦੇ ਕੱਪੜੇ ਆ ਗਏ, ਉਹਨੂੰ ਜਾਨਵਰ ਨੇ ਖਾ ਲਿਆ ਜੰਗਲ 'ਚ ਕਿਸੇ। ਪਦਮਾਵਤੀ ਉਸੇ ਵਕਤ ਹੀ ਸਰੀਰ ਛੱਡ ਗਈ, ਸੁਣਦਿਆਂ ਸਾਰ ਹੀ। ਬਸ ਉਹਨੇ ਇੰਨਾ ਹੀ ਸੁਣਿਆ ਕਿ ਮੇਰਾ ਪਤੀ ਸਰੀਰ ਛੱਡ ਗਿਆ, ਨਾਲ ਹੀ ਸਰੀਰ ਛੱਡ ਗਈ। ਫਿਰ ਸੀਤਾ ਨੇ ਬਹੁਤ ਪਛਤਾਵਾ ਕੀਤਾ। ਜੈਦੇਵੀ ਨੂੰ ਉੱਥੇ ਪਤਾ ਲੱਗ ਗਿਆ ਕਿ ਮੇਰੀ ਪਤਨੀ ਚੜ੍ਹਾਈ ਕਰ ਗਈ, ਛੇਤੀ ਨਾਲ ਵਾਪਸ ਆ ਗਏ। ਕਹਿੰਦੇ ਸੀਤਾ ਤੂੰ ਬਹੁਤ ਮਾੜਾ ਕੀਤਾ, ਤੈਨੂੰ ਪਤਾ ਸੀ ਇਹ ਸਾਰੀਆਂ ਸ਼੍ਰੋਮਣੀਆਂ ਸਤੀਆਂ ਵਿੱਚੋਂ ਸਤੀ ਹੈ। ਸੋ ਉਸ ਵਕਤ ਇਹ ਫਿਰ ਆ ਕੇ ਜਦੋਂ ਚੁੱਕ ਕੇ ਲਿਜਾ ਰਹੇ ਸਨ ਤਾਂ ਉਸ ਵਕਤ ਆ ਕੇ ਗਿਆਨਦੇਵ ਭਗਤ ਨੇ ਇਹਦੀ ਪਤਨੀ ਨੂੰ ਫੇਰ ਸੁਰਜੀਤ ਕਰ ਦਿੱਤਾ ਸੀ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਅਣਗਿਣਤ ਪ੍ਰਕਾਰ ਦੀਆਂ ਸਤੀਆਂ ਹਨ ਸੰਸਾਰ ਦੇ ਵਿੱਚ। ਸੋ ਐਸਾ ਹੀ ਅਧਿਆਤਮਕ ਰਮਾਇਣ ਪੰਡਤ ਗੁਲਾਬ ਸਿੰਘ ਜੀ ਨੇ ਲਿਖੀ ਹੈ। ਰਾਮਚੰਦਰ ਜੀ ਸੀਤਾ ਨੂੰ ਸੁਣਾਉਂਦਿਆਂ ਕਹਿੰਦੇ ਨੇ, ਕਹਿੰਦੇ ਜਿਹੜੀ ਸਤੀਆਂ 4 ਪ੍ਰਕਾਰ ਦੀਆਂ ਹੁੰਦੀਆਂ ਨੇ, ਜਿਹੜੀ ਆ ਸਾਰੀ ਜ਼ਿੰਦਗੀ ਆਪਣੇ ਮੂੰਹ ਵਿੱਚੋਂ ਕੋਈ ਭੈੜੀ ਗੱਲ ਨਾ ਕਰੇ, ਉਹ 500 ਸਾਲ ਸਵਰਗਾਂ 'ਚ ਰਹਿੰਦੀ ਸੀਤਾ ਆਪਣੇ ਪਤੀ ਸਮੇਤ।
ਜਿਹੜੀ ਸਾਰੀ ਜ਼ਿੰਦਗੀ ਸਰੀਰ ਕਰਕੇ ਬਚੀ ਰਹੇ ਤੇ ਜਿਹੜੀ ਮਨ ਕਰਕੇ ਬਚੀ ਰਹੇ, ਮਨ ਵਿੱਚ ਵੀ ਵਿਕਾਰ ਨਾ ਆਉਣ, ਉਹ 1000 ਸਾਲ ਰਹਿੰਦੀ ਹੈ ਸਵਰਗਾਂ ਦੇ ਵਿੱਚ। ਜਿਹੜੀ ਸਰੀਰ ਕਰਕੇ ਬਚੀ ਰਹੇ, ਮਨ ਕਰਕੇ ਬਚੀ ਰਹੇ, ਬਾਣੀ ਕਰਕੇ ਬਚੀ ਰਹੇ, ਉਹ ਸਤੀ ਇੰਦਰ ਦੀ ਉਮਰ ਤੱਕ ਉੱਥੇ ਰਹਿੰਦੀ ਹੈ। ਇੰਦਰ ਦੀ ਉਮਰ ਬਹੁਤ ਲੰਬੀ ਹੈ, ਜਦ ਤੱਕ ਸਵਰਗ ਰਹੇਗਾ ਉਦੋਂ ਤੱਕ ਉਹ ਰਹੇਗੀ। ਕਹਿੰਦੇ ਇਸ ਤੋਂ ਉੱਪਰ ਵੀ ਕੋਈ ਸਤੀ ਹੈ, ਤਾਂ ਰਾਮਚੰਦਰ ਜੀ ਕਹਿਣ ਲੱਗੇ ਇਹਦੇ ਤੋਂ ਉੱਤੇ ਇੱਕ ਸਤੀ ਹੋਰ ਹੈ, ਜਿਹੜੀ ਆਪਣੇ ਪਤੀ ਨੂੰ ਹੀ ਪਤੀ ਸਮਝਦੀ ਹੈ, ਦੂਜਿਆਂ ਨੂੰ ਸਮਝਦੀ ਬਿਲਕੁਲ ਕੁਛ ਹੀ ਨਹੀਂ, ਉਹ ਸਮਝਦੀ ਐਵੇਂ ਇਸਤਰੀਆਂ ਤੁਰੀਆਂ ਫਿਰਦੀਆਂ ਹੈ। ਕਹਿੰਦੇ ਮਹਾਰਾਜ ਉਸ ਸਤੀ ਦਾ ਕੀ ਬਣਦਾ ਹੈ? ਰਾਮਚੰਦਰ ਜੀ ਕਹਿੰਦੇ ਉਹ ਅਮਰ ਹੋ ਜਾਂਦੀ ਹੈ, ਆਪਣੇ ਪਤੀ ਦੇ ਸਮੇਤ ਉਹ ਸੱਚਖੰਡ ਨੂੰ ਚਲੀ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਅਣਗਿਣਤ ਪ੍ਰਕਾਰ ਦੀਆਂ ਸਤੀਆਂ ਨੇ। ਇਸੇ ਪ੍ਰਕਾਰ ਗੁਰਸਿੱਖ ਨੇ ਵੀ ਸਤੀ ਗੁਣਾ ਧਾਰਨ ਕਰਨਾ ਹੈ। ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਧੀਆਂ ਦੀ ਨਿਗਾਹ ਨਾਲ ਦੇਖਣਾ। ਬੀਬੀਆਂ ਨੇ ਇਸੇ ਪ੍ਰਕਾਰ ਵੱਡਿਆਂ ਨੂੰ ਪਿਤਾ, ਬਰਾਬਰ ਦਿਆਂ ਨੂੰ ਭਰਾ, ਛੋਟਿਆਂ ਨੂੰ ਪੁੱਤਰਾਂ ਦੀ ਨਿਗਾਹ ਨਾਲ ਦੇਖਣਾ। ਮਹਾਤਮਾ ਨੇ ਵੀ ਇਸੇ ਤਰ੍ਹਾਂ ਹੀ ਕਰਨਾ, ਬਰਾਬਰ ਦਿਆਂ ਨੂੰ, ਜਿਹੜਾ ਵੱਡਿਆਂ ਨੂੰ ਭਰਾ ਜਾਣ ਕੇ, ਪਿਤਾ ਜਾਣ ਕੇ ਉਪਦੇਸ਼ ਕਰਨਾ, ਉਹਨਾਂ ਤੋਂ ਉਪਦੇਸ਼ ਲੈਣਾ, ਬਰਾਬਰ ਦਿਆਂ ਨੂੰ ਭਰਾ ਜਾਣਨਾ, ਛੋਟਿਆਂ ਨੂੰ ਪੁੱਤਰ ਜਾਣ ਕੇ ਉਪਦੇਸ਼ ਕਰਨਾ। ਇਸ ਤਰ੍ਹਾਂ ਅਸੰਖ ਦਾਤਾਰ, ਅਣਗਿਣਤ ਪ੍ਰਕਾਰ ਦੇ ਦਾਤਾਰ ਹਨ। ਸੋ ਜਿਵੇਂ ਸਤੀਆਂ ਮਨ ਸੰਤੋਖ ਉਪਜੈ, ਕਈ ਤਾਂ ਇਹੋ ਜਿਹੇ ਨੇ ਦਾਤੇ ਜਿਨ੍ਹਾਂ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਦਾਨ ਕਰਕੇ, ਬਈ ਵਾਹਿਗੁਰੂ ਨੇ ਮੈਨੂੰ ਬਖਸ਼ਿਆ, ਮੈਂ ਅੱਗੇ ਇਹਨੂੰ ਦੇਵਾਂ, ਕੋਈ ਗੱਲ ਨਹੀਂ, ਵੰਡ ਕੇ ਛਕਦੇ ਹਾਂ। ਇੱਕ ਹੁੰਦੇ ਨੇ ਜਿਹੜੇ ਦੇਣਾ ਕੇ ਵਿਚਾਰ, ਇੱਕ ਉਹ ਨੇ ਜਿਹੜੇ ਦੇਣ ਦਾ ਵਿਚਾਰ ਕਰਦੇ ਨੇ, ਜੇ ਇੰਨੇ ਦਾਨ ਕਰੀਏ ਇੰਨੇ ਮਿਲਣਗੇ, ਆਹ ਦਾਨ ਕਰੀਏ ਆਹ ਮਿਲੇਗਾ, ਉਹ ਸੋਚਦੇ ਹੀ ਰਹਿੰਦੇ ਨੇ। ਇੱਕ ਦੇ ਦੇ ਮੰਗਾ, ਇੱਕ ਦੇ ਦੇ ਕੇ ਫਿਰ ਮੰਗਦੇ ਰੱਬ ਤੋਂ, ਢੇਲੀ ਦੇ ਕੇ ਹਵੇਲੀ ਮੰਗਦੇ ਨੇ, ਗੰਢਾ ਦੇ ਕੇ ਫਿਰ ਸੰਡਾ ਮੰਗਣਾ। ਪਰਮਾਤਮਾ ਦੇ ਪੁਰਾਣੀਆਂ ਬੋਲੀਆਂ ਨੇ, ਵਾਹਿਗੁਰੂ ਮੈਂ ਸੂਈ ਦਾਨ ਕੀਤੀ ਆ, ਮੈਨੂੰ ਕਦੋਂ ਸਵਰਗ ਮਿਲਣਗੇ? ਕਿਉਂ ਨਿੱਕੀ ਨਿੱਕੀ ਗੱਲ ਤੇ ਜਿਹੜੇ ਮੰਗਦੇ ਰਹਿੰਦੇ ਨੇ। ਦੇ ਦੇ ਮੰਗਾ ਸਹਿਸਾ ਗੁਣਾ, ਹਜ਼ਾਰਾਂ ਗੁਣਾ ਮੰਗਦੇ ਨੇ। ਇੱਕ ਉਹ ਨੇ ਜਿਹੜੇ ਸੋਭ ਕਰੇ ਸੰਸਾਰ, ਇੱਕ ਦਾਤੇ ਉਹ ਨੇ ਜਿਹੜੇ ਸੰਸਾਰ ਦੇ ਅੰਦਰ ਆਪਣੀ ਸ਼ੋਭਾ ਮੰਗਦੇ ਨੇ ਕਿ ਮੇਰਾ ਨਾਮ ਲਿਖੋ ਬਾਹਰ ਪੱਥਰ ਤੇ, ਜਾਂ ਮੇਰੇ ਨਾਂ ਤੇ ਲੰਗਰ ਲਾ ਕੇ ਦੂਰ ਤੱਕ ਕਸੋਰੇ ਪੱਤਲਾਂ ਖੰਡਾ ਦੇਣੀਆਂ, ਵੀ ਇਹਦੇ ਨਾਲ ਸਾਡਾ ਨਾਮ ਹੋ ਜਾਏਗਾ। ਸਿਰਫ ਆਪਣਾ ਨਾਮ ਚਮਕਾਉਣ ਲਈ ਲੰਗਰ ਕਰਨਾ, ਨਾਮ ਚਮਕਾਉਣ ਲਈ ਹੋਰ ਧਾਰਮਿਕ ਕੰਮ ਕਰਨੇ। ਇਹੋ ਜਿਹੇ ਲੋਕ ਨੇ ਜਿਹੜੇ ਸ਼ੋਭਾ ਵਾਸਤੇ ਕੰਮ ਕਰਦੇ ਨੇ। ਕਿਉਂ ਕਈ ਉਹ ਦਾਤੇ ਨੇ ਜਿਹੜੇ ਸਾਰਿਆਂ ਨੂੰ ਵੰਡ ਕੇ ਛਕਦੇ ਨੇ, ਔਰ ਕਹਿੰਦੇ ਵਾਹਿਗੁਰੂ ਨੇ ਮੈਨੂੰ ਦਿੱਤਾ, ਤੁਸੀਂ ਅੱਗੇ ਸਾਰੇ ਮਿਲ ਕੇ ਛਕੋ। ਇਉਂ ਰੱਬ ਦੇ ਪਿਆਰੇ ਦਾਤੇ ਹਨ। ਵਾਹਿਗੁਰੂ 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 ਕਾਰ ਕਰਨਾ, ਕੱਲੇ ਕੱਲੇ ਨੂੰ ਭਰਾਵਾਂ ਨਹੀਂ ਜਾਣਨਾ, ਫਿਰ ਛੋਟਿਆਂ ਨੂੰ ਬੱਚੇ ਜਾਣ ਕੇ ਚੰਗਾ ਉਪਦੇਸ਼ ਕਰਨਾ, ਹਮੇਸ਼ਾ ਚੰਗੇ ਪਾਸੇ ਲਾਉਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਆਪਣੇ ਜੀਵਨ ਨੂੰ ਢਾਲ ਲਓ। ਸੋ ਇਸੇ ਤਰ੍ਹਾਂ ਹੀ ਅਸੰਖ ਸੂਰ ਮੋਹ ਭਖਸਾਰ, ਜਿਹੜਾ ਅਸੰਖ ਸਤੀ ਅਸੰਖ ਦਾਤਾਰ ਤੱਕ ਹੈ। ਇਹ ਸ੍ਰਿਸ਼ਟੀ ਜਿਵੇਂ ਤਿੰਨ ਤਰ੍ਹਾਂ ਦੀ ਕਥਨ ਕੀਤੀ ਹੈ, ਸ਼ਾਂਤ ਕੀ ਸ੍ਰਿਸ਼ਟੀ, ਫਿਰ ਤਾਮਸੀ ਸ੍ਰਿਸ਼ਟੀ, ਰਾਜਸੀ ਸ੍ਰਿਸ਼ਟੀ। ਹੁਣ ਤੱਕ ਤਾਂ ਸ਼ਾਂਤ ਕੀ ਸ੍ਰਿਸ਼ਟੀ ਦਾ ਕਥਨ ਹੋਇਆ, ਹੁਣ ਰਾਜਸੀ ਸ੍ਰਿਸ਼ਟੀ ਦਾ ਕਥਨ ਕਰਦਿਆਂ ਹੋਇਆਂ ਕਹਿੰਦੇ ਨੇ ਅਸੰਖ ਸੂਰ ਮੋਹ ਭਖ ਸਾਰ। ਅਸੰਖ ਅਣਗਿਣਤ ਹੀ ਸੂਰ ਸੂਰਮੇ ਜਿਹੜੇ ਨੇ ਉਹ ਮੂੰਹ ਦੇ ਉੱਤੇ ਬਿਨਾਂ ਢਾਲ ਲਿਆ ਹੀ ਸਾਰ ਤੱਕ ਲੋਹੇ ਨੂੰ ਭਖਦੇ ਨੇ, ਭਾਵ ਖਾਂਦੇ ਨੇ। ਐਸੇ ਵੀ ਯੋਧੇ ਹਨ ਜਿਹੜੇ ਕਹਿੰਦੇ ਢਾਲ ਦੀ ਮੈਨੂੰ ਲੋੜ ਹੀ ਨਹੀਂ, ਜੰਗ ਦੇ ਵਿੱਚ ਜਾ ਕੇ ਲੜਦੇ ਨੇ। ਵੀਰ ਪਾਰ ਬੜੇ ਬਰਿਆਰ, ਉਹ ਜਿਹੜੇ ਬੜੇ ਬੜੇ ਵੀਰ ਅਪਾਰ ਨੇ, ਬੜੇ ਤਕੜੇ ਯੋਧੇ ਨੇ, ਬੜੇ ਬਰਿਆਰ ਹੁੰਦਾ ਬਹੁਤ ਤਕੜਾ ਯੋਧਾ। ਅਬ ਸਾਰ ਹੈ ਸਾਰ ਕੀ ਧਾਰ ਪਛਈਆ,
ਉਹ ਜਿਹੜੇ ਲੋਹੇ ਨੂੰ ਆਪਣੇ ਮੂੰਹ ਦੇ ਉੱਤੇ ਸਹਾਰਦੇ ਨੇ, ਤੋਰਤ ਦੇਸ ਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਸਹਾਰ ਸੋ ਬਾਤਨ ਹੀ ਚੱਕਚਾਰ ਲਵਈਆ। ਉਹ ਜਿਹੜੇ ਐਸੇ ਯੋਧੇ ਨੇ ਲੜਨ ਵਾਲੇ ਮੈਦਾਨੇ ਜੰਗ ਦੇ ਵਿੱਚ ਮੂੰਹ ਦੇ ਉੱਤੇ ਸੱਟਾਂ ਸਿੱਧੀਆਂ ਸਹਾਰਦੇ ਨੇ, ਜਿਹੜੇ ਮੈਦਾਨੇ ਜੰਗ ਦੇ ਵਿੱਚ